ਬਹੁਤ ਸਾਰੇ ਬੱਚਿਆਂ ਨੂੰ ਲੱਗੂਗਾ ਕਿ ਮਾਸਟਰ ਜੀ ਅੱਜ ਐਨਕਾਂ ਲਾ ਕੇ ਕਿਵੇਂ ਪੜ੍ਹਾਉਣਾ ਸ਼ੁਰੂ ਕਰ ਰਹੇ ਹੋ। ਤਾਂ ਬਿਗ ਰੀਜ਼ਨ ਇਹ ਹੈ ਕਿ ਆਈ ਫਲੂ ਹੋ ਰਿਹਾ, ਕਿਉਂਕਿ ਨਾ ਪੰਜਾਬ 'ਚ ਹੜ੍ਹਾਂ ਕਰਕੇ ਆਈਜ਼ ਤੇ ਬੜਾ ਜ਼ਿਆਦਾ ਇਫੈਕਟ ਪੈ ਰਿਹਾ। ਬਹੁਤ ਦਿਸ ਇਜ਼ ਅ ਸਵੈਲਿੰਗ ਹੈ ਨਾ, ਔਰ ਰੈਡ ਬਹੁਤ ਹੋ ਰਹੀ ਹੈ। ਦੇਖੋ ਵਰਸਟ ਲੈਵਲ ਤੇ ਆਈ ਹੋਈ ਆ। ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਹੈ, ਤੇ ਉਸ ਯੋਧੇ ਨੂੰ ਸਾਡੇ ਵੱਲੋਂ, ਮੇਰੀ ਸਾਰੀ ਟੀਮ ਵੱਲੋਂ ਕੋਟਿਨ ਪ੍ਰਣਾਮ ਹੈ। ਤੇ ਪ੍ਰਮਾਤਮਾ ਹਮੇਸ਼ਾ ਸਾਡੇ ਇੰਡੀਆ ਨੂੰ, ਸਾਡੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਹਮੇਸ਼ਾ ਚਮਕਾ ਕੇ ਰੱਖੀ, ਤੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਤੋਂ ਸਾਰਿਆਂ ਨੂੰ ਬਚਾ ਕੇ ਰੱਖੀ। ਲਿਸਟ ਆਫ ਪੀਪਲ 'ਚ ਜਿੰਨੇ ਵੀ ਨਾਮ ਹੋਣਗੇ, ਸਾਰੇ ਨਾਮ ਨੂੰ ਤੁਸੀਂ ਉਧਰ ਪੈਰਾਗ੍ਰਾਫ 'ਚ ਕੱਲਾ ਕਰਕੇ ਜਿੰਨੇ ਨਾਮ ਨੇ ਉਹਨੇ ਲੱਭ ਲਓ, ਹੈ ਨਾ। ਇਟ ਵੁੱਡ ਬੀ ਹਾਰਡ ਟੂ ਕ੍ਰੀਏਟ ਅ ਕੰਸਟਰਕਸ਼ਨ ਅਲਟਰਨੇਟਿਵ। ਇਹ ਬਹੁਤ ਔਖਾ ਹੈ ਕਿ ਇਹਦਾ ਕੋਈ ਅਲਟਰਨੇਟਿਵ ਲੱਭ ਜੇ। ਹੁਣ ਇਹ ਵੀ ਗੱਲ ਦਿਮਾਗ 'ਚ ਬਿਠਾ ਲਓ ਕਿ ਇਹ ਨਾਮ ਦੇ ਤੁਹਾਨੂੰ ਕਿਤੇ ਸਿਨੋਨਿਮ ਨਹੀਂ ਮਿਲਦੇ, ਸੇਮ ਦੇ ਸੇਮ ਮਿਲਣਗੇ। ਮੈਨੇ ਇਹਨੂੰ ਰੈੱਡ ਕਲਰ ਦਾ ਤੁਹਾਡੇ ਕਰਕੇ ਕਰਤਾ, ਇਹ ਨਾ ਸਮਝਿਓ ਅੱਛਾ ਪੇਪਰ ਦੇ ਵਿੱਚ ਸਾਨੂੰ ਅੱਡ ਰੰਗ ਦਾ ਦਿਖੂਗਾ। ਹੈਲੋ ਐਵਰੀਵਨ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਸ ਇਜ਼ ਰਮਨ ਸ਼ਰਮਾ। ਤੇ ਬਹੁਤ ਸਾਰੇ ਬੱਚਿਆਂ ਨੂੰ ਲੱਗੂਗਾ ਕਿ ਮਾਸਟਰ ਜੀ ਅੱਜ ਐਨਕਾਂ ਲਾ ਕੇ ਕਿਵੇਂ ਪੜ੍ਹਾਉਣਾ ਸ਼ੁਰੂ ਕਰ ਰਹੇ ਹੋ। ਤਾਂ ਬਿਗ ਰੀਜ਼ਨ ਇਹ ਹੈ ਕਿ ਆਈ ਫਲੂ ਹੋ ਰਿਹਾ, ਕਿਉਂਕਿ ਨਾ ਪੰਜਾਬ 'ਚ ਹੜ੍ਹਾਂ ਕਰਕੇ ਆਈਜ਼ ਤੇ ਬੜਾ ਜ਼ਿਆਦਾ ਇਫੈਕਟ ਪੈ ਰਿਹਾ। ਬਹੁਤ ਸਾਰੇ, ਮਤਲਬ ਸਾਰੀ ਫੈਮਿਲੀ ਨੂੰ ਹੋਇਆ। ਤੇ ਇਹ ਸ਼ੌਂਕੀਆ ਨਹੀਂ ਲਈ ਹੈਗੀ, ਤੇ ਹੈਲਥ ਕੋਈ ਜ਼ਿਆਦਾ ਬਹੁਤੀ ਵਧੀਆ ਨਹੀਂ ਸੀਗੀ, ਬਟ ਫਿਰ ਵੀ ਮੈਂ ਸੋਚਿਆ ਕਿ ਮੈਨੂੰ ਵੀਡੀਓ ਬਣਾਉਣਾ ਚਾਹੀਦਾ ਤੁਹਾਡੇ ਸਾਰਿਆਂ ਦੇ ਲਈ। ਤੁਸੀਂ ਪਿਆਰ ਕਰਦੇ ਆ। ਬਹੁਤ ਸਾਰੇ ਬੱਚਿਆਂ ਦਾ ਪੇਪਰ ਬਹੁਤ ਨੇੜੇ ਲੱਗਿਆ ਹੋਇਆ। ਦਿਸ ਇਜ਼ ਅ ਬਿਗ ਰੀਜ਼ਨ, ਠੀਕ ਹੈ। ਤੇ ਜੇ ਕਿਸੇ ਬੱਚੇ ਨੂੰ ਇਹ ਨਾ ਲੱਗੇ ਕਿ ਮਾਸਟਰ ਜੀ ਤੁਸੀਂ ਸ਼ੌਂਕੀਆ ਲਈ ਹੋਈ ਆ, ਸ਼ੌਂਕੀਆ ਨਹੀਂ ਬਰੋ। ਦਿਸ ਇਜ਼ ਅ ਸਵੈਲਿੰਗ ਹੈ ਨਾ, ਤੇ ਔਰ ਰੈਡ ਬਹੁਤ ਹੋ ਰਹੀ ਹੈ। ਦੇਖੋ ਵਰਸਟ ਲੈਵਲ ਤੇ ਆਈ ਹੋਈ ਆ, ਬਟ ਡੋਂਟ ਵਰੀ, ਆਪਾਂ ਇਹਨੂੰ ਸਪਰਾਈਡ ਨਾ ਕਰੀਏ ਨੇੜੇ ਦੇ ਸਾਰੇ ਸੱਜਣ ਮਿੱਤਰਾਂ ਨੂੰ। ਤਾਂ ਪਰ ਤੁਹਾਨੂੰ ਪੜ੍ਹਾਉਣਾ ਮੇਰਾ ਫਰਜ਼ ਬਣਦਾ ਹੈਗਾ, ਤੇ ਬਹੁਤ ਚੰਗਾ ਪੜ੍ਹਾਊਂਗਾ। ਸ਼ੁਰੂ ਕਰਦੇ ਹਾਂ ਮੇਰੀ ਪਹਿਲੀ ਕਲਾਸ। ਤੇ ਪਹਿਲੀ ਕਲਾਸ 'ਚ ਮੈਂ ਤੁਹਾਨੂੰ ਪੜ੍ਹਾਉਣ ਲੱਗਿਆ ਆਈਐਲਸ ਦਾ ਰੀਡਿੰਗ ਮੋਡਿਊਲ ਪੜ੍ਹਾਊਂਗਾ। ਮੈਂ ਥੋੜ੍ਹੀ ਜਿਹੀ ਘੱਟ ਐਨਰਜੀ ਨਾਲ ਸਾਰ ਲਈ ਅੱਜ, ਨਹੀਂ ਮੈਂ ਬੜਕ ਕੇ ਪੈਣਾ ਹੁੰਦਾ। ਬਟ ਦਾ ਬਿਗ ਰੀਜ਼ਨ ਇਹੀ ਹੈ ਕਿ ਅੱਜ ਨਾ ਆਈਜ਼ 'ਚ ਪੇਨ ਹੋਣ ਕਰਕੇ ਥੋੜ੍ਹਾ ਟੈਂਪਰੇਚਰ ਜ਼ਿਆਦਾ ਸੀਗਾ। ਤੇ ਚਲੋ ਕੋਈ ਨਾ, ਫਿਰ ਵੀ ਆਲ ਦੈਟ ਆਪਾਂ ਸ਼ੁਰੂ ਕਰਦੇ ਹਾਂ ਆਈਐਲਸ ਰੀਡਿੰਗ। ਤੇ ਇੱਕ ਗੱਲ ਦਿਮਾਗ 'ਚ ਰੱਖ ਲਿਓ, ਜਿਹੜੇ ਬੱਚਿਆਂ ਨੂੰ ਨਾ ਆਈਐਲਸ ਰੀਡਿੰਗ ਕਰਦੇ ਹੋਏ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਸਰ ਰੀਡਿੰਗ ਸਾਡੇ ਵੱਸ ਦਾ ਰੋਗ ਨਹੀਂ ਹੈਗਾ, ਚਿੰਤਾ ਨਾ ਕਰੋ, ਰਮਨ ਬੈਠਾ ਇੱਥੇ, ਮੈਂ ਤੁਹਾਨੂੰ ਟ੍ਰਿਕਸ ਦੀ ਇੱਕ ਸਮਝ ਦਵਾ ਦੇਣੀ ਹੈ, ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਰਮਨ ਰੀਡਿੰਗ ਨੂੰ ਸੋਲਵ ਕਿਵੇਂ ਕਰਦੇ ਆ। ਜਿਹੜੇ ਬੱਚੇ ਰੀਡਿੰਗ 'ਚੋਂ ਜਿਨ੍ਹਾਂ ਦਾ ਬੈਂਡ ਘਟਦੇ ਆ ਜਾਂ ਰਾਈਟਿੰਗ 'ਚੋਂ ਘਟਦੇ ਆ, ਮੈਂ ਕਹਿੰਦਾ ਮੇਰੇ ਚੈਨਲ ਦੇ ਉੱਤੇ ਤੁਸੀਂ ਆ ਕੇ ਇਹ ਚੀਜ਼ ਜ਼ਰੂਰ ਸਿੱਖੋਗੇ ਕਿ ਰਮਨ ਇਸ ਤਰੀਕੇ ਨਾਲ ਵੀ ਸੋਲਵ ਕਰ ਸਕਦੇ ਆ। ਮਤਲਬ ਨੌਲੇਜ ਮੈਟਰ ਨਹੀਂ ਕਰਦੀ, ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ। ਸੱਚੀ ਕਹਿ ਰਿਹਾ ਮੈਂ ਤੁਹਾਨੂੰ, ਮੈਟਰ ਕਰਦਾ ਕਿ ਤੁਹਾਨੂੰ ਟ੍ਰਿਕਸ ਸਮਝ ਆ ਗਈਆਂ। ਚਲੋ ਟਾਈਮ ਨੂੰ ਵੇਸਟ ਨਹੀਂ ਕਰਦੇ, ਸ਼ੁਰੂ ਕਰਦੇ ਆ। ਤੇ ਬਾਬਾ ਸੁੱਖ ਰੱਖੇ। ਮੇਰੇ ਕੋਲੇ ਅੱਜ ਦਾ ਟੌਪਿਕ ਹੈ ਕੁਝ ਇਸ ਤਰੀਕੇ ਦਾ, ਜਿਹਨੂੰ ਨਾ ਅਸੀਂ ਲਿਸਟ ਆਫ ਪੀਪਲ ਕਹਿ ਦਿੰਦੇ ਆ। ਅਕਸਰ ਇੱਕ ਮੈਚਿੰਗ ਦੀ ਕਾਈਂਡ ਵੀ ਸਾਡੇ ਸਾਹਮਣੇ ਦੇਖਣ ਨੂੰ ਮਿਲਦੀ ਆ। ਮੈਚਿੰਗ ਕਹਿ ਲਓ, ਲਿਸਟ ਆਫ ਇਹਨੂੰ ਪੀਪਲ ਕਹਿ ਲਓ, ਉਹ ਆਪਣੀ ਚੁਆਇਸ ਹੈ। ਤੇ ਇਹਨੂੰ ਸੋਲਵ ਕਰਨ ਦਾ ਇੱਕ ਤਰੀਕਾ ਦੇਖੋ। ਜੇ ਕਿਸੇ ਬੱਚੇ ਨੂੰ ਐਵੇਂ ਲੱਗਦਾ ਵੀ ਰਮਨ ਸਰ ਕੁਐਸਚਨ ਕਿੰਨੇ ਨੇ, 1 ਤੋਂ ਲੈ ਕੇ 5 ਤੱਕ ਕੁਐਸਚਨ ਨੇ, ਬਿਲਕੁਲ ਹੈਗੇ ਨੇ, 1 2 3 4 5। ਜੇ ਤਾਂ ਤੁਸੀਂ 5 ਦੇ ਵਿੱਚੋਂ 2 ਠੀਕ ਨੇ ਜਾਂ 3 ਠੀਕ ਨੇ, ਫਿਰ ਤਾਂ ਭਾਈ ਤੁਸੀਂ ਕਿਤੇ ਪੜ੍ਹ ਲਓ, ਮੇਰੇ ਕੋਲੇ ਪੜ੍ਹਨ ਦੀ ਕੋਈ ਲੋੜ ਨਹੀਂ ਹੈਗੀ। ਜੇ ਕਿਸੇ ਬੱਚੇ ਨੂੰ ਲੱਗਦਾ ਕਿ ਰਮਨ 5 ਚੋਂ 5 ਠੀਕ ਕਰਨੇ ਸਿਖਾ ਦੇ, 9 ਚੋਂ 9 ਬੈਂਡ ਦੀ ਜ਼ਰੂਰਤ ਦਿਖਾ ਦੇ, ਤੇ ਤੁਹਾਨੂੰ ਪੰਜਾਬੀ ਦੇ ਵਿੱਚ ਮੈਂ ਕਹਿੰਦਾ ਔਖੀ ਤੋਂ ਔਖੀ ਚੀਜ਼ ਨੂੰ ਵੀ ਮੈਂ ਐ ਸੌਖਾ ਬਣਾ ਕੇ ਪੜ੍ਹਾ ਦੂੰਗਾ। ਤੇ ਸਭ ਤੋਂ ਵੱਡੀ ਗੱਲ ਕੀ ਆ, ਲਿਸਟ ਆਫ ਪੀਪਲ ਆ ਰਹੇ ਪੁੱਤ। ਹੁਣ ਆਪਣੇ ਕੋਲੇ ਲਿਸਟ ਆਫ ਪੀਪਲ ਗਿਣ ਲਓ ਪਹਿਲਾਂ, ਕਿੰਨੇ ਨੇ, 1 2 3 4 4। ਕੁਐਸਚਨ ਕਿੰਨੇ ਨੇ ਮੇਰੇ ਬੱਚੇ, 5। ਤਾਂ ਡੈਫੀਨਿਟਲੀ ਲਿਸਟ ਆਫ ਪੀਪਲ ਕੋਈ ਹੋਰ ਤਾਂ ਹੈ ਨਹੀਂਗਾ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਬੰਦਾ 2 ਵਾਰ ਗੱਲਾਂ ਕਰੂਗਾ। ਜੇ 2 ਵਾਰ ਕਰੂਗਾ ਤਾਂ ਹੀ ਤਾਂ ਇੱਧਰ 5 ਹੋਣਗੇ ਨਾ, ਤਾਂ ਹੀ ਤਾਂ 5 ਨਾਲ 5 ਆਉਣਗੇ।
ਤੇ ਇੱਕ ਗੱਲ ਹੋਰ ਦਿਮਾਗ 'ਚ ਰੱਖ ਲਓ, ਕਿਸੇ ਵੀ ਬੱਚੇ ਨੂੰ ਆ ਵਹਿਮ ਨਹੀਂ ਹੋਣਾ ਚਾਹੀਦਾ ਕਿ ਰਮਨ ਸਰ ਸਭ ਤੋਂ ਪਹਿਲਾਂ ਫਸਟ ਕੁਐਸਚਨ ਕਰਨਾ ਹੈ, ਫਿਰ ਸੈਕੰਡ ਕੁਐਸਚਨ ਕਰਨਾ ਹੈ, ਫਿਰ ਥਰਡ। ਦਿਸ ਇਜ਼ ਟੋਟਲੀ ਰੋਂਗ ਮੈਥਡ ਤੇ ਇਹਦੇ ਨਾਲ ਤੁਹਾਡਾ ਪੇਪਰ ਕਦੇ ਵੀ ਕਲੀਅਰ ਨਹੀਂ ਹੋਊਗਾ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਵੀ ਫਸਟ ਸੈਕੰਡ ਥਰਡ। ਐਵੇਂ ਨਹੀਂ ਤਾਂ ਕਿਵੇਂ? ਇਹਨੂੰ ਸੋਲਵ ਕਰਨ ਦਾ ਸਭ ਤੋਂ ਵਧੀਆ ਤਰੀਕਾ ਪੁੱਤ ਕੀ ਹੈਗਾ ਕਿ ਜਿਹੜੇ ਲਿਸਟ ਆਫ ਪੀਪਲ ਨੇ ਨਾ, ਇਹਨਾਂ ਦੇ ਨਾਮ ਦੇਖੋ। ਨਾਮ ਕਿਹੜੇ ਨੇ? ਜਿਵੇਂ ਕ੍ਰਿਸ ਚੀਜ਼ਮੈਨ, ਮਾਰਕਸ ਮੈਨਸਟ੍ਰੋਮ, ਐਨਾ ਸਰਜਨਰ, ਫਲੈਕਸ ਪ੍ਰੈਸਟਨ, ਜੋ ਮਰਜੀ। ਹੁਣ ਇਹ ਵੀ ਗੱਲ ਦਿਮਾਗ 'ਚ ਬਿਠਾ ਲਓ ਕਿ ਇਹ ਨਾਮ ਦੇ ਤੁਹਾਨੂੰ ਕਿਤੇ ਸਿਨੋਨਿਮ ਨਹੀਂ ਮਿਲਦੇ, ਸੇਮ ਦੇ ਸੇਮ ਮਿਲਣਗੇ। ਇਹ ਨਹੀਂ ਹੈਗਾ ਕਿ ਲਿਸਟ ਆਫ ਪੀਪਲ 'ਚ ਦਿੱਤਾ ਹੋਇਆ ਹਰੀ ਲਾਲ ਚੱਡਾ ਤੇ ਉਧਰ ਤੁਸੀਂ ਦੇਖੋਗੇ ਗ੍ਰੀਨ ਰੈੱਡ ਅੰਡਰਵੀਅਰ। ਬਰੋ ਐਵੇਂ ਨਹੀਂ ਹੁੰਦਾ ਹੈਗਾ। ਮਤਲਬ ਕੀ ਹੈ, ਸੇਮ ਦੇ ਸੇਮ ਨਾਮ ਲੱਭ ਜਾਣਗੇ ਮੈਨੂੰ। ਕ੍ਰਿਸ, ਮਾਰਕਸ, ਐਨਾ ਸਰਜਨ, ਫਲੈਕਸ ਜੋ ਵੀ ਹੈ। ਜਦੋਂ ਮੈਨੂੰ ਲੱਭਣਾ ਹੈ ਨਾ ਪੁੱਤ ਪੈਰਾਗ੍ਰਾਫ ਦੇ ਵਿੱਚ, ਮੈਨੂੰ ਇੱਕ ਜਗ੍ਹਾ ਤੇ ਆ ਕ੍ਰਿਸ ਚੀਜ਼ਮੈਨ ਦੇਖਣ ਨੂੰ ਮਿਲਿਆ, ਮੈਨੇ ਇਹਨੂੰ ਰੈੱਡ ਕਲਰ ਦਾ ਤੁਹਾਡੇ ਕਰਕੇ ਕਰਤਾ। ਇਹ ਨਾ ਸਮਝਿਓ ਅੱਛਾ ਪੇਪਰ ਦੇ ਵਿੱਚ ਸਾਨੂੰ ਅੱਡ ਰੰਗ ਦਾ ਦਿਖੂਗਾ। ਨਹੀਂ ਬਰੋ, ਅੱਡ ਨਹੀਂ ਦਿਖੂਗਾ। ਤੇ ਪੇਪਰ 'ਚ ਤੁਸੀਂ ਇਹਨੂੰ ਲਾਲ ਨਹੀਂ ਕਰਨਾ ਹੈਗਾ, ਤੁਸੀਂ ਬਸ ਇਹਦੇ ਨੀਚੇ ਅੰਡਰਲਾਈਨ ਕਰ ਲਿਓ, ਤੁਹਾਨੂੰ ਪਤਾ ਲੱਗ ਜਾਊ ਵੀ ਪਹਿਲਾ ਲਿਸਟ ਆਫ ਪੀਪਲ ਲੱਭ ਲਿਆ। ਚੀਜ਼ਮੈਨ ਦੀ ਦੂਜੀ ਵਾਰ ਵੀ ਗੱਲ ਹੋ ਗਈ। ਲੈ ਵੀ ਮਿੱਤਰੋ, ਹੁਣ ਆਪਾਂ ਨੂੰ ਇਹ ਪਤਾ ਲੱਗਿਆ ਕਿ ਪਤੰਦਰ 2 ਵਾਰ ਗੱਲਾਂ ਇਹੀ ਕਰੂਗਾ। ਮਤਲਬ ਕੀ ਹੋ ਗਿਆ ਮੇਰੇ ਬੱਚੇ? ਦੇਖੋ ਕ੍ਰਿਸ ਚੀਜ਼ਮੈਨ ਦੀ ਇੱਥੇ ਗੱਲ ਹੈ ਤੇ ਉਰੇ ਕਲਾ ਚੀਜ਼ਮੈਨ ਲਿਖ ਰੱਖਿਆ, ਤਾਂ ਡੈਫੀਨਿਟਲੀ 2 ਵਾਰੀ ਦੀਆਂ ਹੋ ਗਈਆਂ। ਤੇ ਇੱਥੇ ਸਾਨੂੰ ਆ ਰਿਹਾ ਮਾਰਕਸ ਮੈਨਸਟ੍ਰੋਮ, ਇਹ ਮਿਲ ਗਿਆ, 3 ਹੋ ਗਏ। ਬਰੋ ਆ ਰਿਹਾ ਫਲੈਕਸ ਪ੍ਰੈਸਟਨ ਐਂਡ ਜੋਆਨਾ ਜੋਵੀ, 3 ਹੋ ਗਏ। ਤੇ ਐਨਾ ਸਰਜਨ 4, ਮਤਲਬ ਉਹਦੇ ਨਾਲ ਲਾ ਕੇ 5 ਹੋ ਗਏ। ਟੋਟਲ ਆਪਣੇ ਕੋਲੇ 5 ਕਿਵੇਂ ਹੋ ਗਏ ਬਰੋ? ਇੱਕ ਤਾਂ ਕ੍ਰਿਸ ਹੋ ਗਿਆ 1, ਕ੍ਰਿਸ ਦੁਬਾਰੇ ਆ ਗਿਆ, ਮਤਲਬ 2 ਹੋ ਗਏ। ਮਾਰਕਸ ਨੂੰ ਲਾ ਕੇ 3 ਹੋ ਗਏ, ਫਲੈਕਸ ਲਾ ਕੇ 4 ਤੇ ਇਹਨਾਂ ਨੂੰ ਲਾ ਕੇ 5। ਹੁਣ ਆਪਾਂ ਨੂੰ ਪਤਾ ਲੱਗਿਆ ਕਿ 5 ਨਾਲ 5 ਕਿਵੇਂ ਮੈਚ ਕਰਾਂਗੇ। ਲਓ ਜੀ, ਇਹ ਗੱਲ ਨੂੰ ਦਿਮਾਗ 'ਚ ਰੱਖੋ। ਆ ਜਿਹੜੇ ਨਾਮ ਨੇ ਨਾ ਤਾਂ ਇਹਨਾਂ ਦਾ ਕੋਈ ਸਿਨੋਨਿਮ ਹੋਊਗਾ ਤੇ ਇਹਨਾਂ ਨੂੰ ਲੱਭਣਾ ਬਹੁਤ ਸੌਖਾ ਹੋਊਗਾ ਤੇ ਕੋਈ ਵੀ ਬੱਚਾ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਲੱਭ ਸਕਦਾ ਹੈਗਾ, ਕੋਈ ਚੱਕਰ ਨਹੀਂ ਹੈਗਾ। ਹੁਣ ਆ ਜਾਓ ਸੋਲਵ ਕਿਵੇਂ ਕਰਨੇਗਾ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜਿਹੜਾ ਪਹਿਲਾ ਰਾਈਟਰ ਫੜਿਆ ਸੀ, ਆ ਰਿਹਾ ਜਿਹੜਾ ਲਿਸਟ ਆਫ ਪੀਪਲ ਸੀ, ਆ ਰਿਹਾ। ਇਹਨੂੰ ਪੜ੍ਹਨਾ ਕਿਵੇਂ ਹੈ ਦੇਖ ਲਓ ਜੀ। ਕਹਿੰਦਾ ਚੀਜ਼ਮੈਨ ਕਹਿੰਦਾ ਹੈਗਾ ਇੰਜੀਨੀਅਰਿੰਗ ਪ੍ਰੋਫੈਸਰ ਹੈ ਇਹ, ਇੰਪੀਰੀਅਲ ਕਾਲਜ ਲੰਡਨ ਦਾ। ਸਾਨੂੰ ਇਹ ਤੋਂ ਕੋਈ ਮਤਲਬ ਨਹੀਂ ਹੈਗਾ। ਕਹਿੰਦਾ ਕੀ ਹੈ ਉਹ? ਕਹਿੰਦਾ ਕੀ ਥਿੰਗ ਟੂ ਕੰਸੀਡਰ ਇਨ ਦਾ ਐਕਸਟੈਂਟ ਟੂ ਵਿਚ ਕੰਕਰੀਟ ਇਜ਼ ਯੂਜ਼ਡ ਅਰਾਊਂਡ ਦਾ ਵਰਲਡ। ਸਾਡੇ ਆਲੇ ਦੁਆਲੇ, ਸਾਡੀ ਦੁਨੀਆ, ਸਾਡੇ ਐਟਮੋਸਫੇਅਰ, ਐਨਵਾਇਰਨਮੈਂਟ ਦੇ ਵਿੱਚ ਕੰਕਰੀਟ ਨੂੰ ਵਰਤਿਆ ਜਾਂਦਾ ਹੈ ਐਂਡ ਇਜ਼ ਲਾਈਕਲੀ ਟੂ ਕੰਟੀਨਿਊ ਟੂ ਬੀ ਯੂਜ਼ਡ। ਤੇ ਡੈਫੀਨਿਟਲੀ ਫਿਊਚਰ 'ਚ ਵੀ ਇਹਨੂੰ ਵਰਤਿਆ ਜਾਊਗਾ। ਕੰਕਰੀਟ ਇਜ਼ ਨਾਟ ਅ ਹਾਈ ਕਾਰਬਨ ਪ੍ਰੋਡਕਟ। ਪਰ ਇਹ ਵੀ ਗੱਲ ਯਾਦ ਰੱਖਿਓ, ਕੰਕਰੀਟ ਨੂੰ ਪੂਰੀ ਦੁਨੀਆ 'ਚ ਆਲੇ ਦੁਆਲੇ 'ਚ ਵਰਤਿਆ ਜਾਂਦਾ ਹੈ, ਪਰ ਇਹ ਜਿਹੜਾ ਕੰਕਰੀਟ ਹੈ ਉਹ ਹਾਈ ਕਾਰਬਨ ਪ੍ਰੋਡਕਟ ਨਹੀਂ ਹੈਗਾ। ਸੀਮੈਂਟ ਇਜ਼ ਹਾਈ ਕਾਰਬਨ। ਕੰਕਰੀਟ ਹੈ ਜਿਹੜਾ ਉਹ ਹਾਈ ਕਾਰਬਨ ਨਹੀਂ ਹੈਗਾ, ਜਿਹੜਾ ਸੀਮੈਂਟ ਹੈ ਉਹ ਹਾਈ ਕਾਰਬਨ ਹੈ, ਬਟ ਜਿਹੜਾ ਕੰਕਰੀਟ ਇਜ਼ ਨਾਟ, ਕੰਕਰੀਟ ਨਹੀਂ ਹੈਗਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਲੱਗਿਆ 2 ਚੀਜ਼ਾਂ ਨੇ, ਇੱਕ ਕੰਕਰੀਟ ਤੇ ਇੱਕ ਸੀਮੈਂਟ। ਕੰਕਰੀਟ ਹੈ ਜਿਹੜਾ ਉਹ ਹਾਈ ਕਾਰਬਨ ਹੈ ਨਹੀਂਗਾ, ਜਿਹੜਾ ਸੀਮੈਂਟ ਹੈ ਉਹ ਹਾਈ ਕਾਰਬਨ ਹੈ, ਬਟ it is the scale on which it is used that makes it high carbon। ਪਰ ਰੌਲਾ ਪਤਾ ਕੀ ਹੈ, ਜਿਹੜਾ ਕੰਕਰੀਟ ਹੈ ਉਹਨੂੰ ਇੰਨੀ ਜ਼ਿਆਦਾ ਮਾਤਰਾ 'ਚ ਵਰਤਿਆ ਜਾਂਦਾ ਹੈਗਾ, ਇੰਨੀ ਜ਼ਿਆਦਾ ਮਾਤਰਾ 'ਚ ਵਰਤਿਆ ਜਾਂਦਾ ਕਿ ਆਟੋਮੈਟਿਕਲੀ ਉਹ ਹਾਈ ਕਾਰਬਨ ਬਣ ਜਾਂਦਾ ਹੈ। ਅਸਲ ਦੇ ਵਿੱਚ ਜਿਹੜਾ ਕੰਕਰੀਟ ਹੈ ਕਹਿੰਦਾ ਉਹਦਾ ਜਿਹੜਾ ਕਰੈਕਟਰ ਹੈਗਾ ਉਹ ਹਾਈ ਕਾਰਬਨ ਨਹੀਂ ਹੈਗਾ, ਪਰ ਇਹਦੀ ਵਰਤੋਂ ਕਹਿੰਦਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਹਾਈ ਕਾਰਬਨ ਬਣ ਜਾਂਦਾ ਇਹ। ਦਾ ਸ਼ੀਅਰ ਸਕੇਲ ਆਫ ਮੈਨੂਫੈਕਚਰ ਇਜ਼ ਸੋ ਹਿਊਜ। ਇਹਦੀ ਮੈਨੂਫੈਕਚਰਿੰਗ ਬਹੁਤ ਜ਼ਿਆਦਾ ਹੈ, ਦੈਟ ਇਜ਼ ਅ ਇਸ਼ੂ। ਇਸ ਗੱਲ ਕਰਕੇ ਹੁਣ ਦੇਖੋ, ਕਿਸੇ ਨੂੰ ਕੰਕਰੀਟ ਤੋਂ ਕੋਈ ਮਤਲਬ ਨਹੀਂ, ਕੋਈ ਸੀਮੈਂਟ ਤੋਂ ਮਤਲਬ ਨਹੀਂ। ਇੱਕ ਦਿਮਾਗ 'ਚ ਇੱਕ ਗੱਲ ਚਲਾਓ, ਕ੍ਰਿਸ ਕਹਿੰਦਾ ਹੈਗਾ ਕੰਕਰੀਟ ਹਾਈ ਕਾਰਬਨ ਪ੍ਰੋਡਕਟ ਹੈ ਨਹੀਂਗਾ, ਸੀਮੈਂਟ ਹਾਈ ਕਾਰਬਨ ਪ੍ਰੋਡਕਟ ਹੈਗਾ। ਪਰ ਜਦੋਂ ਕੰਕਰੀਟ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਉੱਤੇ ਯੂਜ਼ ਕੀਤਾ ਜਾਂਦਾ ਹੈਗਾ ਤਾਂ ਇਹ ਹਾਈ ਕਾਰਬਨ ਬਣ ਜਾਂਦਾ ਹੈਗਾ ਤੇ ਇਹਦਾ ਯੂਜ਼ ਹਮੇਸ਼ਾ ਹੁੰਦਾ ਰਹੂਗਾ। ਦੈਟਸ ਇਟ। ਹੁਣ ਆਪਣੇ ਕੋਲੇ 5 ਆਪਸ਼ਨ ਨੇ। ਪਹਿਲੇ 15 ਸੈਕਿੰਡ ਮੈਂ ਤੁਹਾਨੂੰ ਦਿੰਦਾ, ਉਹਨੇ ਮੈਂ ਜੂਸ ਦੀ ਘੁੱਟ ਭਰ ਲਾਂ ਤੇ ਫਿਰ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕਿਵੇਂ ਆ। ਯੂਅਰ ਟਾਈਮ ਸਟਾਰਟ। ਲੱਭ ਕੇ ਦੇਖਿਓ ਤੁਹਾਨੂੰ ਆਨਸਰ ਕਿਹੜਾ ਲੱਗਦਾ ਹੈ। ਜੇ ਮੈਚ ਹੋ ਗਿਆ ਯੂ ਆਰ ਬੈਸਟ। एक्यूरेट आंसर की है देखो, एनवायरमेंट दा एडवांटेज इनिशियली एज्यूम किया गलत, ये नहीं हैगा। एक कंक्रीट जिहड़ी कंस्ट्रक्शन ऑफर बेनिफिट नहीं हैगा।
ਕੋਈ ਟੈਨਸ਼ਨ ਹੋ ਗਈ ਹੋਵੇ ਕੰਸਟਰਕਸ਼ਨ ਮਟੀਰੀਅਲ ਨੂੰ ਲੈ ਕੇ ਨਹੀਂ ਹੈਗੀ, ਕੋਈ ਖਰਚੇ ਐਕਸਪੈਂਸਿਸ ਨਹੀਂ ਹੈਗਾ। ਐਕੂਰੇਟ ਆਨਸਰ ਬਾਈ ਜੀ ਪੰਜਵਾਂ ਹੈਗਾ एनवायरमेंटल डैमेज है जिहड़ा मतलब हाई कार्बन कॉज्ड बाय कंक्रीट दे करके हुंदा हैगा इज ड्यू टू इट बीइंग प्रोड्यूस इन लार्जर ਜਾਂ ਲਾਰਜ ਕੁਆਂਟੀਟੀਜ਼। ਉਹਨੇ ਕਿਹਾ ਸੀ ਨਾ ਕਿ ਬਹੁਤ ਵੱਡੀ ਮਾਤਰਾ ਜਿਹੜਾ ਯੂਜ਼ ਹੁੰਦਾ ਹੈ ਤਾਂ ਇਹ ਹਾਈ ਕਾਰਬਨ ਹੁੰਦਾ ਹੈ ਤਾਂ এনवायरमेंट ਨੂੰ ਖਰਾਬ ਕਰਦਾ ਹੈ। ਹੁਣ ਆਪਾਂ ਨੂੰ ਬਿਲਕੁਲ ਪਤਾ ਲੱਗਿਆ ਕਿ ਸਾਡਾ ਆਨਸਰ ਪੰਜਵਾਂ ਹੈਗਾ ਤੇ ਪੰਜਵਾਂ ਕਿਹਾ ਕਿਨੇ ਕ੍ਰਿਸ ਨੇ। ਹੁਣ ਪੰਜਵੇਂ ਦਾ ਜਿਹੜਾ ਆਨਸਰ ਹੈ ਬ్రో ਉਹ ਆ ਗਿਆ ਏ। ਪੰਜਵੇਂ ਆਨਸਰ ਕਿਤੇ ਆ ਨਾ ਆ ਜੇ ਉਹ ਕ੍ਰਿਸ ਚੀਜ਼ਮਿਨ ਉਹ ਗਲਤ ਹੋ ਜਾਊਗਾ। ਹੁਣ ਤੁਸੀਂ ਆਨਸਰ ਨੂੰ ਲਾਉਣ ਦਾ ਸ਼ੋਰਟੀ ਦੇਖੋ ਵੀ ਰਮਨ 5 ਚੋਂ 5 ਕਿਵੇਂ ਠੀਕ ਜਾਣਗੇ ਸਾਡੇ। एनवायरमेंटल एडवांटेज छड्डो ਇਹਦੀ ਗੱਲ, ਸੀਮੈਂਟ ਦੀ ਗੱਲ ਹੋ ਗਈ, ਅਲਟਰਨੇਟ ਕੋਈ ਨਹੀਂ ਲੱਭਿਆ ਉਹਦਾ ਜਾਂ ਇਨੀਸ਼ੀਅਲੀ ਕੋਈ ਗੱਲ ਨਹੀਂ ਕਰੀ, ਕੋਈ ਉਹਦੇ ਬੈਨੀਫਿਟ ਦੀ ਗੱਲ ਨਹੀਂ ਕਰੀ, ਠੀਕ ਹੈ, ਕੋਈ ਉਹਦੇ ਕੰਸਟਰਕਸ਼ਨ ਮਟੀਰੀਅਲ ਦੀ ਵਰੀ ਨਹੀਂ ਹੈਗੀ, ਕੋਈ ਐਕਸਪੈਂਸ ਖਰਚੇ ਨਹੀਂ ਬ్రో। 4 ਕੱਟ ਤੇ ਪੰਜਵਾਂ ਆਟੋਮੈਟਿਕਲ ਹੈ। ਇਸ ਤਰੀਕੇ ਨਾਲ ਪੇਪਰ ਕਲੀਅਰ ਹੋਊਗਾ। ਮਤਲਬ ਦਿਸ ਇਜ਼ ਦਾ ਲੈਵਲ ਜੇ ਕਿਸੇ ਬੱਚੇ ਨੇ ਮੇਰੇ ਕੋਲ ਪੜ੍ਹਨਾ ਹੈਗਾ। ਹੁਣ ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾਂ ਪਹਿਲਾ ਦੂਜਾ ਤੀਜਾ ਐਵੇਂ ਨਹੀਂ ਹੋਏ, ਡਾਇਰੈਕਟ ਪੰਜਵਾਂ ਹੋ ਗਿਆ ਕਿਉਂਕਿ ਲਿਸਟ ਆਫ ਪੀਪਲ ਨੂੰ ਕਰਨ ਦਾ ਤਰੀਕਾ ਟੈਕਨੀਕ ਇਹ ਹੈ ਤੇ ਮੈਂ ਹਮੇਸ਼ਾ ਇਹ ਗੱਲ ਤੇ ਜ਼ੋਰ ਦੇਵਾਂਗਾ। चलो आप अगला देख रहे कौन है, अगला भी चीज मैंने ब्रो आ रहा कहना ऑल दीज फैक्टर टुगेदर मेक कंक्रीट हार्ड टू बीट। ਜਿਹੜੇ ਕੰਕਰੀਟ ਦੇ ਵਿੱਚ ਇਹ ਸਾਰੇ ਫੈਕਟਰ ਨੇ ਜਿਹੜੇ ਇਹਦੇ ਵਧੀਆ ਵਧੀਆ ਚੀਜ਼ਾਂ ਨੇ ਨਾ ਕਹਿੰਦਾ ਉਹਨੂੰ ਹਾਰਡ ਟੂ ਬੀਟ ਹੈ, ਇਹਨੂੰ ਛੱਡਿਆ ਨਹੀਂ ਜਾ ਸਕਦਾ। ਜੇ ਲੋਕ ਕਹਿਣਗੇ ਵੀ ਕੰਕਰੀਟ ਹੈ ਇਹ ਤਾਂ ਹਾਈ ਕਾਰਬਨ ਪ੍ਰੋਡਿਊਸ ਕਰਦਾ ਹੈ, ਕਹਿੰਦਾ ਕੁਛ ਮਰਜ਼ੀ ਕਹੀ ਜਾਣ ਪਰ ਜਿਹੜਾ ਕੰਕਰੀਟ ਹੈ ਨਾ ਇਹਦੀ ਵਰਤੋਂ ਕਰੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਇਹਨੂੰ ਹਰਾਉਣਾ ਮੁਸ਼ਕਿਲ ਹੈ। ਮਤਲਬ ਕੰਕਰੀਟ ਦਾ ਵਰਤੇ ਹੀ ਜਾਊਗਾ ਭਾਵੇਂ ਕੁਛ ਕਰਦਾ ਕਰੇ। ਕੰਕਰੀਟ ਇਜ਼ ਅਮੇਜ਼ਿੰਗ ਸਟਫ, ਬਹੁਤ ਵਧੀਆ ਸਟਫ ਹੈ। ਮੇਕਿੰਗ ਐਨੀਥਿੰਗ ਵਿਦ ਸਿਮਿਲਰ ਪ੍ਰੋਪਰਟੀਜ਼ ਇਜ਼ ਗੋਇੰਗ ਟੂ ਬੀ ਵੈਰੀ ਡਿਫਿਕਲਟ। ਮਤਲਬ ਕੀ ਹੈ ਸੇਮ ਇਹਦੇ ਵਰਗੀ ਕੋਈ ਚੀਜ਼ ਬਣਾਉਣੀ ਬਹੁਤ ਔਖੀ ਹੈ। ਮਤਲਬ ਇਹਨੇ ਸਾਫ਼ ਜੀ ਗੱਲ ਕੀਤੀ ਕਿ ਕੰਕਰੀਟ ਦਾ ਕੋਈ ਤੋੜ ਨਹੀਂ, ਇਹਦੇ ਵਰਗਾ ਕੁਛ ਨਹੀਂ ਬਣਾ ਸਕਦੇ ਤੇ ਸਭ ਤੋਂ ਵਧੀਆ ਹੈਗਾ ਤੇ ਇਹਨੂੰ ਚੇਂਜ ਨਹੀਂ ਕਰ ਸਕਦੇ ਅਸੀਂ। ਹੁਣ ਆਨਸਰ ਚ ਆਲਰੇਡੀ 5th ਹੋ ਗਿਆ, ਠੀਕ ਹੈ। ਐਕਸਪੈਂਸ ਦੀ ਗੱਲ ਨਹੀਂ ਕਰੀ, ਖਰਚੇ ਦੀ, ਇਹ ਨਹੀਂ ਆਉਂਦਾ ਹੈਗਾ ਪਹਿਲੀ ਗੱਲ। ਵੁੱਡ ਦੀ ਗੱਲ ਨਹੀਂ ਕਰੀ ਬ్రో, ਇਹ ਵੀ ਨਹੀਂ ਹੁੰਦਾ, 2 ਗਏ। एनवायरमेंटल ਦਾ ਐਡਵਾਂਟੇਜ ਇਨੀਸ਼ੀਅਲੀ ਅਸਿਊਮਡ ਕਿਤੇ ਬ్రో, ਇਹ ਵੀ ਨਹੀਂ। ਇੱਕ ਵਾਰ ਸੈਕਿੰਡ ਪੜ੍ਹ ਕੇ ਦੇਖਿਓ, ਕਹਿੰਦਾ ਇਟ ਵੁੱਡ ਬੀ ਹਾਰਡ ਟੂ ਕ੍ਰੀਏਟ ਅ ਕੰਸਟਰਕਸ਼ਨ ਅਲਟਰਨੇਟਿਵ। ਇਹ ਬਹੁਤ ਔਖਾ ਹੈ ਕਿ ਇਹਦਾ ਕੋਈ ਅਲਟਰਨੇਟਿਵ ਲੱਭ ਜੇ, ਇਹਦੀ ਜਗ੍ਹਾ ਤੇ ਕੋਈ ਚੀਜ਼ ਹੋਰ ਅਸੀਂ ਯੂਜ਼ ਕਰ ਲਿਓ ਲੱਭ ਜੇ, ਇਹਦਾ ਅਲਟਰਨੇਟ ਬ్రో ਲੱਭਦਾ ਨਹੀਂ ਕਿਉਂਕਿ ਉਹਨੇ ਕਿਹਾ ਸੀ ਇਹ ਅਮੇਜ਼ਿੰਗ ਸਟਫ ਹੈ, ਇਹ ਹਾਰਡ ਟੂ ਬੀਟ ਹੈ, ਇਹ ਨਹੀਂ ਬੀਟ ਹੋ ਸਕਦਾ, ਇਹਨੂੰ ਹਰਾਇਆ ਨਹੀਂ ਜਾ ਸਕਦਾ। ਟੂ ਕੰਕਰੀਟ ਉਹ ਆਫਰ ਕਰਦਾ ਹੈ ਮੈਨੀ ਕੰਪੈਰੇਬਲ ਬੈਨੀਫਿਟ, ਇਹ ਚ ਪਾਵਰ ਇੰਨੀ ਹੈ, ਤਾਕਤ ਇੰਨੀ ਹੈ, ਇਹਦੇ ਵਰਗਾ ਕੁਝ ਨਹੀਂ ਬਣ ਸਕਦਾ। ਆਪਾਂ ਨੂੰ ਪਤਾ ਲੱਗਿਆ ਵੀ ਚੀਜ਼ ਮੈਨੇ ਬ్రో ਆ ਵੀ ਗੱਲ ਕਹੀ ਹੈ। ਹੁਣ ਜਿਹੜਾ ਸੈਕਿੰਡ ਹੈ ਉਹਦਾ ਵੀ ਇਹ, ਜਿਹੜਾ 5th ਹੈ ਉਹਦਾ ਵੀ ਇਹ। ਤੁਸੀਂ ਦੇਖੋ ਸੀਕੁਐਂਸ ਚ ਕੁਝ ਨਹੀਂ ਹੁੰਦਾ। ਮੈਂ ਆਨਸਰ ਨੂੰ ਲੱਭਣ ਦਾ ਤਰੀਕਾ ਕੀ ਹੈ, ਮੈਂ ਕੱਲੇ ਲਿਸਟ ਆਫ ਪੀਪਲ ਜਿੰਨੇ ਸੀ ਪੁੱਤ ਮੈਂ ਜਸਟ ਜਾ ਕੇ ਕੁਐਸਚਨ ਚੋਂ ਚ ਲੱਭ ਲਏ, ਅੰਡਰਲਾਈਨ ਕਰ ਲਏ, ਕੱਲੇ ਕੱਲੇ ਨੂੰ ਪੜ੍ਹ ਰਹੇ, ਇਧਰ ਆਪਸ਼ਨ ਕੱਟ ਰਹੇ। ਇਹ ਤੋਂ ਵਧੀਆ ਕੋਈ ਮੈਥਡ ਨਹੀਂ ਹੈਗਾ। ਚਲੋ ਅਗਲਾ ਕੁਐਸਚਨ ਤੁਹਾਡਾ ਆ ਰਿਹਾ ਮਾਰਕਸ, ਠੀਕ ਹੈ। ਕਹਿੰਦਾ ਮਾਰਕਸ ਮੈਨਸਟ੍ਰੋਮ, ਕੋਈ ਪ੍ਰੋਨਾਂਸੀਏਸ਼ਨ ਦੇ ਪਿੱਛੇ ਨਾ ਪਈਓ ਵੀ ਹਾਏ ਤੁਹਾਨੂੰ ਨਹੀਂ ਆਇਆ, ਚਿੰਤਾ ਨਾ ਕਰੋ। ਕਹਿੰਦਾ ਰਿਪੋਰਟਸ ਦੈਟ ਦਾ ਕੰਪਨੀ ਇਜ਼ ਸੀਇੰਗ ਇਨਕਰੀਜ਼ਿੰਗ ਡਿਮਾਂਡ ਗਲੋਬਲੀ ਫॉर ਬਿਲਡਿੰਗ ਇਨ ਵੁੱਡ। ਕਹਿੰਦਾ ਜਿਹੜੀ ਕੰਪਨੀ ਹੈ ਨਾ ਉਹ ਬੜਾ ਜ਼ੋਰ ਦੇ ਰਹੀ ਹੈ ਵੀ ਆਉਣ ਵਾਲਾ ਜਿਹੜਾ ਸਮਾਨ ਬਣਾਉਣਾ ਨਾ ਉਹ ਲੱਕੜ ਦਾ ਬਣਾਓ, ਮਤਲਬ ਜਿਹੜੇ ਘਰ ਵਗੈਰਾ ਕੁਝ ਵੀ ਬਣਾਉਣੇ ਨੇ ਲੱਕੜ ਦੇ ਬਣਾਓ ਵੀ ਸੀਮੈਂਟ ਦੀ ਲੋੜ ਨਾ ਪਵੇ। ਵਿਦ ਕਲਾਈਮੇਟ ਚੇਂਜ ਕੰਸਰਨਸ ਦਾ ਕੀ ਡਰਾਈਵਰ, ਉਹ ਕਹਿੰਦੇ ਵੀ ਕਲਾਈਮੇਟ ਦੇ ਸਭ, ਪਰ ਇਹਦੇ ਨਾਲ ਇਹ ਵੀ ਪ੍ਰੋਬਲਮ ਹੈ ਜੇ ਤੁਸੀਂ ਲੱਕੜ ਦੇ ਘਰ ਬਣਾਓਗੇ, ਲੱਕੜ ਦੇ ਘਰ ਬਣਾਉਣ ਦੇ ਨਾਲ ਕੀ ਹੋਊਗਾ, ਤੁਹਾਨੂੰ ਦਰਖਤ ਕੱਟਣੇ ਪੈਣਗੇ। ਦਰਖਤ ਕੱਟਾਂਗੇ ਤਾਂ ਡੈਫੀਨਿਟਲੀ ਸਾਡਾ এনवायरमेंट ਹੈ ਉਹ ਵੀ ਬਹੁਤ ਵੱਡਾ ਖਰਾਬ ਹੋਊਗਾ। ਇੱਕ ਪਾਸੇ ਤੁਸੀਂ ਸੀਮੈਂਟ ਜਾਂ ਕੰਕਰੀਟ ਨੂੰ ਤਾਂ ਨਹੀਂ ਯੂਜ਼ ਕਰਦੇ ਵੀ ਹਾਈ ਕਾਰਬਨ ਸਾਡੇ এনवायरमेंट ਨੂੰ ਖਰਾਬ ਕਰ ਰਿਹਾ, ਉਹਦੇ ਪਿੱਛੇ ਅਸੀਂ ਲੱਕੜ ਦੇ ਘਰ ਬਣਾ ਰਹੇ ਹਾਂ। ਤੇ ਬ్రో ਜੇ ਲੱਕੜ ਵੀ ਕਾਹਦੀ ਆਊਗੀ, ਦਰਖਤਾਂ ਤੋਂ ਆਊਗੀ। ਜੇ ਲੱਕੜ ਵੱਢੋਗੇ ਲੱਕੜ ਦੇ ਘਰ ਬਣਾਓਗੇ, ਉਧਰੋਂ ਕੰਕਰੀਟ ਤੋਂ ਬਚਾਉਂਦੇ ਬਚਾਉਂਦੇ ਇਧਰ ਦਰਖਤਾਂ ਨੂੰ ਕੱਟ ਕੇ ਇਧਰੋਂ এনवायरमेंट ਖਰਾਬ ਹੋਊਗਾ। ਇਹ ਤਾਂ ਬ్రో ਚੱਲਦਾ ਰਹੂਗਾ। ਹੁਣ ਆਨਸਰ ਦੇਖਿਓ ਕੀ ਲੱਗਦਾ ਹੈ। ਤੁਸੀਂ ਇਹ ਦੇਖੋ ਪੁੱਤ, ਨਾ ਮੇਰੇ ਬੱਚੇ ਸੈਕਿੰਡ ਤੇ ਨਾ ਮੇਰੇ ਬੱਚੇ 5th। ਆਨਸਰ ਸੋਚ ਲਓ ਜੇ ਤੁਹਾਨੂੰ ਲੱਭਦਾ ਪਤਾ। ਅੱਜ ਯੂਜ਼ ਦੀ ਰਹਿ ਗਈ ਇੱਕ ਘੰਟਾ, ਮੈਂ ਫਿਨਿਸ਼ ਕਰਦਾ। ਲਾਈ ਹੋ ਜੋਰ। ਤੁਹਾਡੇ ਲਾਈ ਆਨਸਰ ਦਾ ਤੁਹਾਨੂੰ ਕੱਲਿਆਂ ਨੂੰ ਤਾਂ ਪਤਾ ਹੋਊਗਾ ਵੀ ਮੈਂ ਆਹ ਆਨਸਰ ਲਾਇਆ ਸੀਗਾ। ਆਪ ਨੂੰ ਤਾਂ ਸੈਟੀਸਫੈਕਸ਼ਨ ਹੋਊਗੀ ਨਾ, ਤੁਹਾਨੂੰ ਕਿਸੇ ਨੂੰ ਪਤਾ ਲੱਗੇ ਨਾ ਲੱਗੇ ਤੁਹਾਨੂੰ ਇਹ ਤਾਂ ਲੱਗੂਗਾ ਵੀ ਰਮਨ ਅਸੀਂ ਤਿਆਰੀ ਕਰ ਰਹੇ ਹਾਂ ਤੇ ਬਹੁਤ ਵਧੀਆ। एनवायरमेंटल एडवांटेज कोई अल्टरनेटिव इनिशियली एंज्यूम होया बिल्कुल भी नहीं।
ਕੱਟਤਾ। ਕੋਈ ਐਕਸਪੈਂਸ ਦੀ ਗੱਲ, ਕੋਈ ਖਰਚੇ ਨੈਗੇਟਿਵ ਰਿਸਪੌਂਸ ਆਇਆ ਹੋਵੇ, ਨਹੀਂ ਕੱਟਤਾ। ਬਰੋ ਜਦੋਂ 2 ਕੱਟ ਕੇ ਬਚਿਆ, ਇੱਕ ਤਾਂ ਐਕੂਰੇਟ ਇਹੀ ਹੋਣਾ ਚਾਹੀਦਾ ਹੈ। ਵਰੀਜ਼ ਹੈ, ਟੈਨਸ਼ਨ ਹੈ ਅਬਾਊਟ ਦ ਐਨਵਾਇਰਨਮੈਂਟ ਹੈਵ ਲੈਡ ਟੂ ਇਨਕਰੀਜ਼ਡ ਇੰਟਰਸਟ ਇਨ ਵੁੱਡ ਐਜ਼ ਕੰਸਟਰਕਸ਼ਨ ਮਟੀਰੀਅਲ। ਉਹ ਕਹਿੰਦੇ ਸੀ ਨਾ ਸੀਮੈਂਟ ਸਮੁੰਟ ਛੱਡੋ, ਲੱਕੜ ਦੇ ਘਰ ਬਣਾਉਣੇ ਸ਼ੁਰੂ ਕਰਾਂਗੇ, ਪਰ ਇਹਦੀ ਇੱਕ ਬਹੁਤ ਵੱਡੀ ਵਰੀ ਹੈ ਨਾ, ਐਨਵਾਇਰਨਮੈਂਟ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਊਗਾ। ਐਕੂਰੇਟ ਆਂਸਰ ਕੀ ਆ ਗਿਆ ਪੁੱਤ? ਉਹ ਕਿਹੜਾ ਸੀ? ਮਾਰਕਸ ਕਿਹੜਾ ਸੀ ਮਿਲਾ ਦਾ? ਉਹ ਆ ਰਿਹਾ ਅਲੱਬੀ। ਹੁਣ ਆਂਸਰ ਦੇਖਿਓ ਬਰੋ, ਆ ਰਿਹਾ ਬੀ, ਆ ਰਿਹਾ ਏ, ਆ ਰਿਹਾ ਏ। ਪਹਿਲੇ ਨੰਬਰ ਤੇ ਪੰਜਵਾਂ ਲੱਭਿਆ, ਫਿਰ ਦੂਜਾ, ਫਿਰ ਤੀਜਾ, ਮਤਲਬ ਸੀਕੁਐਂਸ ਨਹੀਂ ਹੈਗੀ ਇਹਦੀ ਕੋਈ। ਹੁਣ ਕੀ ਪਤਾ ਕਿਹੜਾ ਲੱਭੂਗਾ? ਲਾਸਟ ਤੇ 2 ਰਹਿ ਗਏ, ਇੱਕ ਵਧੀਆ ਕਰ ਲਓ, ਲਾਸਟ ਵਾਲਾ ਫਰੀ ਚ ਮਿਲ ਜੂਗਾ। ਨਿਬੇੜਦੇ ਆ ਗੱਲ। ਆ ਗਿਆ ਫਲੈਕਸ ਜਿਹੜਾ ਵੀ ਆ, ਫੈਲੈਕਸ। ਓ ਮਾਈ ਗॉड, ਮੇਰੀ ਪ੍ਰੋਨੰਸੀਏਸ਼ਨ ਚ ਪ੍ਰੋਬਲਮ ਆ ਗਈ ਹੈ। ਛੱਡੋ। ਇਹ ਯੂਕੇ ਰਾਇਲ ਇੰਸਟੀਚਿਊਟ ਦਾ ਇੰਟਰਨੈਸ਼ਨਲ ਅਫੇਅਰ ਦਾ ਰੀਚਡ ਦਾ ਕਨਕਲੂਜਨ ਦੈਟ ਕਹਿੰਦਾ ਸਮ ਨੋਵਲ ਸੀਮੈਂਟਸ ਹੈਵ ਬੀਨ ਡਿਸਕਸਡ। ਯਾਦ ਰੱਖਿਓ, ਜਿਹੜਾ ਨੋਵਲ ਹੁੰਦਾ ਨਾ, ਇਹਦਾ ਮਤਲਬ ਨਵਾਂ, ਨਿਊ, ਠੀਕ ਹੈ। ਕੁਝ ਨੋਵਲ ਸੀਮੈਂਟ ਨੇ ਨਾ ਜਿਹੜੇ, ਉਹ ਤੇ ਡਿਸਕਸ ਕੀਤਾ ਗਿਆ ਫॉर मोर देन डिकेड। डिकेड ਹੁੰਦਾ 10 ਸਾਲ ਦਾ ਟਾਈਮ, ਠੀਕ ਹੈ। 10 ਸਾਲ ਤੋਂ ਵੀ ਜ਼ਿਆਦਾ ਇੱਕ ਨਵੇਂ ਸੀਮੈਂਟ ਦੇ ਉੱਤੇ ਡਿਸਕਸ਼ਨ ਕੀਤਾ ਗਿਆ ਵਿਦ ਇਨ ਦਾ ਰਿਸਰਚ ਕਮਿਊਨਿਟੀ ਦੁਆਰਾ, ਵਿਦਆਊਟ ਬ੍ਰੇਕਿੰਗ ਥਰੂ। ਕੋਈ ਉਹਦਾ ਕੋਈ ਫਾਇਦਾ ਨਹੀਂ ਹੋਇਆ, ਕੋਈ ਬ੍ਰੇਕਿੰਗ ਥਰੂ ਨਹੀਂ ਮਿਲਿਆ, ਕੋਈ ਨਵੀਂ ਕੁਝ ਨਹੀਂ ਮਿਲਿਆ। ਐਟ ਪ੍ਰੈਜ਼ੈਂਟ ਥੀਸ ਅਲਟਰਨੇਟਿਵ ਆਰ ਰੇਅਰਲੀ ਐਜ਼ ਕੋਸਟ ਇਫੈਕਟਿਵ ਐਜ਼ ਕਨਵੈਨਸ਼ਨਲ ਸੀਮੈਂਟ। ਦੇਖੋ ਕਨਵੈਨਸ਼ਨਲ ਹੈ ਪੁਰਾਣੀ ਸੀਮੈਂਟ, ਨਵਾਂ ਸੀਮੈਂਟ ਕਹਿੰਦਾ ਉਹ ਲੈ ਕੇ ਤਾਂ ਆਉਣਾ ਚਾਹੁੰਦੇ ਨੇ, ਪਰ ਉਹਨਾਂ ਨੇ ਜਿਹੜੀ ਕੋਸਟ ਇਫੈਕਟਿਵ ਰੇਟ ਹੈ ਨਾ, ਜਿਹੜਾ ਪ੍ਰਾਈਸ ਹੈ ਨਾ ਬਰੋ, ਉਹ ਜ਼ਿਆਦਾ ਮਹਿੰਗਾ ਹੈਗਾ। ਐਂਡ ਦੇ ਫੇਸ ਰॉ ਮਟੀਰੀਅਲ ਸ਼ਾਰਟੇਜ, ਤੇ ਰॉ ਮਟੀਰੀਅਲ ਦੀ ਸ਼ਾਰਟੇਜ ਵੀ ਹੋਗੀ। ਨਵਾਂ ਸੀਮੈਂਟ ਲਿਆ ਰਹੇ ਨੇ, ਬਹੁਤ ਜ਼ਿਆਦਾ ਮਹਿੰਗਾ ਹੋਣ ਕਰਕੇ ਉਹ ਨਹੀਂ ਵਰਤਿਆ ਜਾ ਰਿਹਾ ਹੈਗਾ। ਹੁਣ ਆਨਸਰ ਦੇਖਿਓ, ਇਹ ਲਾ ਦੋ ਫਿਰ ਆਨਸਰ ਝੂਟਿਓ। ਦੇਖੋ ਨਾ ਤਾਂ ਸੈਕਿੰਡ, ਨਾ ਥਰਡ, ਨਾ 5th। ਹੁਣ ਤੁਸੀਂ 1 ਤੇ 4th ਚੋਂ ਇੱਕ ਲਾ ਲਓ, ਜਿਹੜਾ ਲਾ ਲਿਆ ਤੇ ਲਾਸਟ ਵਾਲਾ ਦਾ ਵੀ ਬਚ ਜੂਗਾ। ਉਹ ਰਹਿ ਗਿਆ ਮਤਲਬ ਮੈਂ ਕੌੜਾ ਨਾ ਹੋ ਜਾਏ ਯੂਜ਼ ਹੈ। ਵਾਹ ਜੀ ਵਾਹ, ਇਹਨੂੰ ਆਪਾਂ ਖੋਲ ਲੈ ਲੈਂਦੇ ਹਾਂ ਨਾ, ਇਹ ਖਾਂਦੇ ਨਹੀਂ ਹੁੰਦੇ ਉਹਨਾਂ ਨੇ। I'm Samim here. Very nice. ਚਲੋ ਹੁਣ ਮਿੱਤਰ ਪਿਆਰਿਓ, ਆਨਸਰ ਮੈਨੂੰ ਲੱਗਦਾ ਸੀ ਲਾਇਆ ਹੋਊਗਾ। ਆਨਸਰ ਇਜ਼ 4th ਕੀ ਕਹਿੰਦਾ ਹੈਗਾ ਕਿ ਜਿਹੜੇ ਐਕਸਪੈਂਸ ਨੇ ਨਾ, ਨਿਊ ਹੈਜ਼ ਬੀਨ ਅਫੈਕਟਡ ਇਨ ਦਾ ਨੈਗੇਟਿਵ ਰਿਸਪੌਂਸ ਟੂ ਦਾ ਡਿਵੈਲਪਮੈਂਟ ਆਫ ਅ ਨਿਊ ਸੀਮੈਂਟ। ਨਿਊ ਸੀਮੈਂਟ, ਉਹਨੇ ਨੋਵਲ ਸੀਮੈਂਟ ਦੀ ਗੱਲ ਕਰੀ ਸੀ। ਨਵੇਂ ਸੀਮੈਂਟ ਨੂੰ ਲੈ ਕੇ ਭਾਈ ਜਿਹੜੇ ਫੈਕਟਰ ਨੇਗੇ ਉਹ ਨੈਗੇਟਿਵ ਨੇ, ਕਿਉਂਕਿ ਉਹਦਾ ਰੇਟ ਬਹੁਤ ਜ਼ਿਆਦਾ ਤੇ ਕੋਈ ਖਰੀਦਣਾ ਨਹੀਂ ਚਾਹੁੰਦਾ। ਮਤਲਬ ਡੀ। ਹੁਣ ਤੁਸੀਂ ਇਹ ਦੇਖਿਓ, ਡੀ ਏ ਬੀ ਤਾਂ ਡੈਫੀਨਿਟਲੀ ਇੱਕ ਬਚ ਗਿਆ ਤਾਂ ਆਟੋਮੈਟਿਕਲੀ ਸੀ ਆਊਗਾ, ਪਰ ਮੈਂ ਤੁਹਾਨੂੰ ਪੜ੍ਹਾ ਦਾਂ, ਪਰ ਪੇਪਰ 'ਚ ਤੁਹਾਡੇ ਲਈ ਟਾਈਮ ਬਚਾਊਗਾ। 4 ਵਧੀਆ ਕਰ ਲਓ, 5ਵਾਂ ਆਟੋਮੈਟਿਕਲੀ। ਜਿਵੇਂ ਇਹ ਕੀ ਕਹਿਣਾ ਚਾਹੁੰਦਾ ਕਿ ਐਨਵਾਇਰਨਮੈਂਟਲ ਜਿਹੜਾ ਐਡਵਾਂਟੇਜ ਹੈ ਨਾ ਸੀਮੈਂਟ ਦੇ ਅਲਟਰਨੇਟਿਵ ਦਾ, ਮੇ ਨੋਟ ਬੀ ਐਜ਼ ਗ੍ਰੇਟ ਐਜ਼ ਇਨੀਸ਼ੀਅਲੀ ਅਸਿਊਮਡ। ਇਹਦਾ ਮਤਲਬ ਹੈ ਐਨਵਾਇਰਨਮੈਂਟ ਨੂੰ ਜਿਹੜਾ ਫਾਇਦਾ ਸੀਮੈਂਟ ਦਾ ਸਾਨੂੰ ਸ਼ੁਰੂ 'ਚ ਲੱਗਿਆ ਸੀ ਨਾ ਵੀ ਬਹੁਤ ਫਾਇਦਾ ਹੋ ਜਾਊਗਾ, ਸ਼ੁਰੂ 'ਚ ਇਨੀਸ਼ੀਅਲੀ ਅਸਿਊਮ ਕੀਤਾ ਸੀ ਨਾ, ਪਰ ਉਹ ਕੋਈ ਫਾਇਦਾ ਫੂਦ ਵਾਲੀ ਗੱਲ ਨਹੀਂ। ਸ਼ੁਰੂ 'ਚ ਸਾਨੂੰ ਲੱਗਿਆ ਸੀ ਵੀ ਇਹਦਾ ਫਾਇਦਾ ਹੋਊਗਾ। ਹਲੋ ਜੀ, ਕਹਿੰਦਾ ਐਨਾ ਸਰਜਨਰ ਕਹਿ ਰਹੀ ਹੈ ਕਿ ਯੂਕੇ ਦੀ ਗ੍ਰੀਨ ਬਿਲਡਿੰਗ ਕਾਉਂਸਲ ਦੀ ਨੋਟਸ ਦੈਟ ਆਲਦੋ ਥੀਸ ਵੇਸਟ ਪ੍ਰੋਡਕਟਸ ਕੈਨ ਸੇਵ ਕਾਰਬਨ ਇਨ ਦਾ ਕੰਕਰੀਟ ਮਿਕਸ। ਉਹਨੇ ਸ਼ੁਰੂ 'ਚ ਉਹਨੂੰ ਲੱਗਿਆ ਵੀ ਇਹ ਨਾ ਜਿਹੜਾ ਕਾਰਬਨ ਨੂੰ ਅਸੀਂ ਬਚਾ ਸਕਦੇ ਹਾਂ, ਸੇਵ ਕਰ ਸਕਦੇ ਹਾਂ। ਦੇਖੋ ਉਹਨੇ ਐਡਵਾਂਟੇਜ ਉਹਨੂੰ ਇਨੀਸ਼ੀਅਲੀ ਐਜ਼ਿਊਮ ਹੋ ਗਿਆ, ਸ਼ੁਰੂ 'ਚ ਲੱਗਿਆ। देयर यूज इज नॉट ऑलवेज स्ट्रेट फॉरवर्ड, पर ਇਹਦਾ यूज ਸਿੱਧਾ ਨਹੀਂ ਕੀਤਾ ਜਾ ਸਕਦਾ। ਸ਼ੁਰੂ ਤੋਂ ਉਹਨਾਂ ਨੂੰ ਲੱਗਿਆ ਸੀ ਵੀ ਅਸੀਂ ਬਚਾ ਲਾਂਗੇ ਕਾਰਬਨ ਨੂੰ। ਕਹਿੰਦਾ it's possible to replace the cement content in concrete with waste product to lower the overall carbon impact। ਅਸੀਂ ਕਾਰਬਨ ਦਾ ਇੰਪੈਕਟ ਬਚਾ ਸਕਦੇ, but there are several calculations that need to be considered across the entire life cycle of the building। These include factoring in where these materials are being shipped from। ਕਹਿੰਦਾ ਜਿਹੜਾ ਅਸੀਂ ਨਵਾਂ ਮਟੀਰੀਅਲ ਮੰਗਾਵਾਂਗੇ ਉਹ ਕਿੱਥੋਂ ਆਊਗਾ, ਕਿੰਨੀ ਦੂਰ ਤੋਂ ਆਊਗਾ। ਇਫ ਦੇ ਆਰ ਟਰਾਂਸਪੋਰਟਡ ਓਵਰ ਲੌਂਗ ਡਿਸਟੈਂਸ, ਜੇ ਬਹੁਤ ਲੰਬੇ ਡਿਸਟੈਂਸ ਤੋਂ ਆਊਗਾ ਯੂਜ਼ਿੰਗ ਫੋਸਿਲ ਫਿਊਲ, ਉਹ ਡੈਫੀਨਿਟਲੀ ਉਰੇ ਅਸੀਂ ਕਾਰਬਨ ਨੂੰ ਬਚਾਉਂਦੇ ਵੀ ਆਪਦੇ ਏਰੀਆ 'ਚ ਅਸੀਂ ਕਾਰਬਨ ਨੂੰ ਬਚਾ ਲਈਏ,
ਇਹਦੇ ਲਈ ਅਸੀਂ ਕੋਈ ਨਵਾਂ ਮਟੀਰੀਅਲ ਮੰਗਾਈਏ, ਨਵਾਂ ਮਟੀਰੀਅਲ ਅਸੀਂ ਬਹੁਤ ਦੂਰੋਂ ਆਊਗਾ ਤਾਂ ਯਾਰ ਉਹਦੇ ਲਈ ਵੀ ਤਾਂ ਤੇਲ ਸਾਰਾ ਕੁਝ ਖਪੂਗਾ। ਤਾਂ ਕਹਿੰਦਾ ਸਾਨੂੰ ਸ਼ੁਰੂ 'ਚ ਤਾਂ ਲੱਗਿਆ ਸੀ ਵੀ এনवायरमेंट ਨੂੰ ਅਸੀਂ ਬਚਾ ਲਾਂਗੇ, ਸੇਵ ਕਰ ਲਾਂਗੇ, ਪਰ ਬਾਅਦ 'ਚੋਂ ਕੋਈ ਫਾਇਦਾ ਨਹੀਂ ਹੋਇਆ, ਕਿਉਂਕਿ ਜੇ ਲੌਂਗ ਡਿਸਟੈਂਸ ਤੋਂ ਫੋਸਿਲ ਫਿਊਲ ਮਤਲਬ ਫੂਕ ਕੇ ਆਉਣਾ ਹੈਗਾ ਤਾਂ ਉਹ ਕੋਈ ਯੂਜ਼ਲੈਸ ਹੈਗਾ। ਤਾਂ ਕਿਹਨੇ ਕਿਹਾ ਸੀ? ਐਨਾ ਸਰਜਨ ਨੇ। ਬਰੋ ਆਨਸਰ ਆ ਗਿਆ ਸੀ। ਹੁਣ ਤੁਸੀਂ ਓਵਰਆਲ ਇੱਕ ਵਾਰ ਦਿਮਾਗ ਲਾ ਲਓ, ਮੇਰੇ ਕੋਲੇ ਦੇਖੋ ਆਪਾਂ ਨੇ ਪੜਿਆ ਕਿਵੇਂ ਮੇਰੇ ਬੱਚੇ, ਇਹਦਾ ਵੀ A ਠੀਕ ਹੈ, ਜਿਹੜਾ ਇਹਦਾ C ਸੀਗਾ, ਵਰੀਜ਼ ਹੋਈਆਂ ਸੀਗੀਆਂ, ਕਿਹਨੇ ਕਰੀਆਂ ਸੀ ਵਰੀਜ਼ ਇਹਦੇ ਨਾਲ? ਐਨਾ ਸਰਜਨ ਦਾ ਕੰਸਟਰਕਸ਼ਨ ਵੁੱਡ ਮਟੀਰੀਅਲ ਸੀਗਾ ਜਿਹੜਾ ਬਰੋ, ਵੁੱਡ ਦਾ ਮਟੀਰੀਅਲ ਉਹ ਇਹਨੇ ਮਾਰਕਸ ਨੇ ਕੀਤਾ ਸੀਗਾ। ਹਾਂ ਆ ਰਿਹਾ, ਤਾਂ ਮਾਰਕਸ ਨੇ ਕਰਿਆ ਇੱਥੇ ਹਿਊਮਨ ਸ਼ਿਪ, ਮਾਰਕਸ ਨੇ ਵੁੱਡ ਦਾ ਮਟੀਰੀਅਲ ਕਰਿਆ ਸੀ, ਮਤਲਬ B A D C। ਤੁਸੀਂ ਆ ਆਨਸਰ ਪੇਪਰ 'ਚ ਐਵੇਂ ਲਿਖਣੇ ਨੇ, ਮਤਲਬ ਇਹਨੇ ਕੀ ਕਿਹਾ? ਰਾਈਟ ਦਾ ਕਰੈਕਟ ਲੈਟਰ ABCD ਇਨ ਦਾ ਬਾਕਸ ਹੈ ਨਾ, ਤੇ 1 to 5 ਕੁਐਸਚਨ ਸੀ। ਕਦੇ ਵੀ ਜੇ ਇਹਦੀ ਜਗ੍ਹਾ ਤੇ ਮੰਨ ਲਓ A ਦੀ ਜਗ੍ਹਾ ਤੇ ਤੁਸੀਂ ਕ੍ਰਿਸ ਚੀਜ਼ਮੈਨ ਲਿਖਿਆ ਹੈ ਨਾ, ਕੰਪਿਊਟਰ ਗਲਤ ਕਰ ਦੂਗਾ। ਮੇਰੇ ਸਾਰੇ ਬੱਚਿਆਂ ਨੂੰ ਮੈंने ਕੀ ਸਮਝਾਇਆ? ਟੈਕਨੀਕ ਹੈ, ਲਿਸਟ ਆਫ ਪੀਪਲ 'ਚ ਜਿੰਨੇ ਵੀ ਨਾਮ ਹੋਣਗੇ ਸਾਰੇ ਨਾਮ ਨੂੰ ਤੁਸੀਂ ਉਧਰ ਪੈਰਾਗ੍ਰਾਫ 'ਚ ਕੱਲਾ ਕੱਲਾ ਕਰਕੇ ਜਿੰਨੇ ਨਾਮ ਨੇ ਉਹਨੇ ਲੱਭ ਲਓ। ਪਹਿਲਾਂ ਉਹ ਕਿਆ ਸਿਸਟਮ ਮੈंने ਕਿਵੇਂ ਲੱਭੇ ਸੀ? ਉਹ ਆ ਰਹੇ ਆ ਜਿਹੜੇ ਮੈਂ ਰੈਡ ਕਰੇ ਸੀ, ਆ ਪੈਰਾਗ੍ਰਾਫ 'ਚ ਤੁਹਾਨੂੰ ਆਰਾਮ ਨਾਲ ਲੱਭ ਜਾਣਗੇ, 1 ਮਿੰਟ ਲੱਗੂਗਾ ਜਾਂ 1.5 ਮਿੰਟ ਲੱਗੂਗਾ। ਉਸ ਤੋਂ ਬਾਅਦ ਤੁਸੀਂ ਕੁਛ ਨਹੀਂ ਕਰਨਾ, ਆ ਨਾਮ ਨੂੰ ਪੜੋ, ਇਹ ਕਹਿਣਾ ਕੀ ਚਾਹੁੰਦਾ ਉਹ ਦੇਖੋ, ਜੋ ਵੀ ਇਹ ਕਹਿ ਰਿਹਾ ਪੁੱਤ ਇੱਧਰ ਆ ਕੇ ਮੈਚ ਕਰੋ, ਆਨਸਰ ਲਾਓ। ਬਾਕੀਆਂ ਨੂੰ ਆਨਸਰ ਲਾਉਣ ਦਾ ਤਰੀਕਾ ਕੀ ਹੁੰਦਾ ਹੈ? ਜਿਵੇਂ ਮੇਰਾ ਉਹ ਆਨਸਰ ਸੀ ਵੁੱਡ ਵਾਲਾ ਸੀ ਨਾ, ਬਾਕੀ ਕੱਟ ਕੇ ਮੈਨੂੰ ਵੁੱਡ ਦੀ ਟਾਕ ਬਰੋ H ਸੀ ਤਾਂ ਆਨਸਰ ਆ ਗਿਆ। ਤਾਂ ਆਪਾਂ ਨੂੰ ਸਾਰਾ ਮੈਚ ਕਰਨਾ ਪਊਗਾ ਤੇ ਇਹਨੂੰ ਮੈਚਿੰਗ ਕਹਿੰਦੇ ਨੇ। ਤੇ ਜੇ ਤੁਹਾਨੂੰ ਇਹ ਭੇਤ ਆ ਗਿਆ ਇਹਨੂੰ ਕਰਨ ਦਾ 100%, ਤੁਸੀਂ ਕਿਸੇ ਵੀ ਜਗ੍ਹਾ ਤੇ ਇੰਸਟੀਟਿਊਟ 'ਚ ਪੜੋ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੇਪਰ ਹੈ ਉਹ ਕਲੀਅਰ ਕਰ ਲਓਗੇ। ਤੇ ਮੈਂ ਹਰੇਕ ਬੱਚੇ ਨੂੰ ਇਹ ਗੱਲ ਕਹਿਣੀ ਚਾਹੁੰਦਾ, ਜੇ ਤੁਸੀਂ ਵੀ ਪੇਪਰ ਆਇਲਸ ਕਲੀਅਰ ਕਰਨਾ ਚਾਹੁੰਦੇ, ਤੁਹਾਡਾ ਦਿਮਾਗ ਹੈਗਾ ਵੀ ਰਮਨ ਆਇਲਸ ਕਿਵੇਂ ਕਲੀਅਰ ਕਰੀਏ, ਤਾਂ ਹਰ ਰੋਜ਼ ਵੀਡੀਓਜ਼ ਦੇਖਿਆ ਕਰੋ। ਜੇ ਕਦੇ ਵੀਡੀਓ ਨਹੀਂ ਆਉਂਦੀ ਸਮਝ ਲਿਆ ਕਰੋ ਕਿ ਮਾਸਟਰ ਥੋੜੀ ਜਿਹੀ ਤਬੀਅਤ ਘਣੀਓ ਖਰਾਬ ਹੈ, ਅਦਰਵਾਈਜ਼ ਕੰਮ ਆਪਾਂ ਚੱਕ ਕੇ ਰੱਖਾਂਗੇ। ਤੇ ਹੋਰ ਇੱਕ ਗੱਲ ਮੈਂ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਸੋਚ ਰਹੇ ਹੋ ਕਿ ਰਮਨ ਸਰ ਨਵਾਂ ਮਟੀਰੀਅਲ, ਨਵੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇਗੀਆਂ ਆਇਲਸ ਦੀਆਂ, ਤਾਂ ਹਮੇਸ਼ਾ ਮੈਂ ਪ੍ਰਮੋਟ ਕੀਤਾ ਬੇਬੀ ਕੋਡ ਨੂੰ। एवरीवन ਨੋਸ ਅਬਾਊਟ ਦੈਟ। ਤੇ ਬੇਬੀ ਕੋਡ ਦੇ ਉੱਤੇ ਪਹਿਲਾਂ ਕੱਲਾ ਸਪੀਕਿੰਗ ਸੀਗਾ, ਤੇ ਹੁਣ ਅਸੀਂ ਸਾਰੇ ਮੋਡਿਊਲ ਲੈ ਕੇ ਆ ਗਏ। ਜਿਹੜਾ ਬੱਚਾ ਕਿਸੇ ਵੀ ਇੰਸਟੀਟਿਊਟ 'ਚ, ਭਾਵੇਂ ਮੇਰੇ ਕੋਲੇ ਤੁਸੀਂ ਆਨਲਾਈਨ ਵੀ ਪੜ੍ਹਦੇ ਹੋ, ਤੇ ਹਾਂ ਸਾਰਿਆਂ ਨੂੰ ਦੱਸ ਦਈਏ ਆਨਲਾਈਨ ਕਲਾਸਿਸ ਅਵੇਲੇਬਲ ਨੇ ਮੇਰੇ ਕੋਲੇ 9988778966। ਇਹ ਨੰਬਰ ਤੇ ਤੁਸੀਂ WhatsApp ਕਰਕੇ ਮੇਰੀਆਂ ਕਲਾਸਿਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਕੈਨੇਡਾ, ਅਮਰੀਕਾ, ਬਹੁਤ ਦੁਨੀਆ, ਬਹੁਤ ਦੂਰੋਂ ਦੂਰੋਂ ਬੱਚੇ ਪੜ੍ਹਦੇ ਹੈਗੇ, ਠੀਕ ਆ। ਤੇ ਇਹ ਜੇ ਤੁਸੀਂ ਭਾਵੇਂ ਮੇਰੇ ਕੋਲ ਪੜ੍ਹਦੇ ਹੋ, ਭਾਵੇਂ ਕਿਤੋਂ ਪੜ੍ਹਦੇ ਹੋਗੇ, ਤੁਸੀਂ ਡਾਊਨਲੋਡ ਕਰੋ ਬੇਬੀ ਕੋਡ, ਮੇਰਾ ਪ੍ਰੋਮੋ ਕੋਡ ਯੂਜ਼ ਕਰੋ ਰਮਨ 0007। ਜੇ ਇਹ ਪ੍ਰੋਮੋ ਕੋਡ ਤੁਸੀਂ ਯੂਜ਼ ਕਰਦੇ ਹੋ ਨਾ, ਘਰੇ ਬੈਠੇ ਤੁਹਾਨੂੰ ਭਾਵੇਂ ਜਰਨਲ ਦੇ ਬੱਚਿਓ, ਐਕੈਡੈਮਿਕ ਦੇ ਬੱਚਿਓ, ਇੰਨੀਆਂ ਰੀਡਿੰਗਸ ਮਿਲਣਗੀਆਂ। ਲਿਸਨਿੰਗ ਬਿਨਾ ਐਡ ਤੋਂ ਮਿਲੂਗੀ। ਸਪੀਕਿੰਗ ਜਿੰਨੇ ਮਰਜ਼ੀ ਮਤਲਬ ਤੁਸੀਂ ਤਿਆਰੀ ਕਰੋ, ਪ੍ਰੈਕਟਿਸ ਕਰੋ, ਕੱਲੀ ਕੱਲੀ ਮਿਸਟੇਕ, ਹਰ ਇੱਕ ਨਵਾਂ ਟੌਪਿਕ, ਐਵਰੀਥਿੰਗ। ਤੇ ਰਾਈਟਿੰਗ ਤੇ ਅਸੀਂ ਕੰਮ ਚਲਾ ਰੱਖਿਆ। ਕਹਿਣ ਦਾ ਮਤਲਬ ਹੈ ਜਮੀ ਘੱਟ ਪੈਸਿਆਂ 'ਚ 1 ਮਹੀਨਾ ਜੇ ਤੁਸੀਂ ਬੇਬੀ ਕੋਡ ਵੀ ਨਾਲ ਸਿੱਖ ਗਏ ਨਾ, ਤੁਸੀਂ ਯਾਦ ਰੱਖਿਓ 5 ਤੋਂ 7 ਬੈਂਡ ਤੇ ਟਾਈਮ ਨਹੀਂ ਲੱਗਣਾ ਹੈਗਾ। ਯਾਦ ਰੱਖਿਓ ਬੇਬੀ ਕੋਡ ਡਾਊਨਲੋਡ ਕਰਕੇ ਨਾ, ਇੱਕੋ ਇੱਕ ਐਪਲੀਕੇਸ਼ਨ ਹੈ ਪੂਰੇ ਇੰਡੀਆ ਦਾ ਜਿਹੜਾ ਸਾਰੇ ਮੋਡਿਊਲ ਆਇਲਸ ਹੈ, ਤੇ ਉਹ ਵੀ ਇੰਨੇ ਸਸਤੇ। ਤੇ ਜੇ ਕਿਸੇ ਨੇ ਬੇਬੀ ਕੋਡ ਆਨਲਾਈਨ ਪੜੋ, ਮੇਰੇ ਕੋਲ ਖੁਸ਼ ਹੋ ਕੇ ਪੜੋ। ਜੇ ਭਾਵੇਂ ਆਨਲਾਈਨ ਪੜ੍ਹਦੇ ਵੀ ਹੋ ਨਾ, ਤਾਂ ਵੀ ਬੇਬੀ ਕੋਡ ਅਸੀਂ ਡਾਊਨਲੋਡ ਕਰਵਾਵਾਂਗੇ। ਤੇ ਪ੍ਰੈਕਟਿਸ ਕਰਕੇ ਦੇਖਿਓ, ਮੈਂ ਕਹਿੰਦਾ ਤੁਹਾਡਾ ਰਿਜ਼ਲਟ ਤੁਸੀਂ ਫੀਲ ਕਰੋਗੇ। ਤੇ ਸਾਰੇ ਮੋਡਿਊਲ ਯਾਰ ਤੇ ਇੰਨਾ ਸਸਤਾ, ਤਾਂ ਕਿ ਹਰੇਕ ਬੱਚਾ ਅਫੋਰਡ ਕਰੇ। ਵੀਡੀਓ 'ਚ ਜੋ ਪੜਾਇਆ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਿਆ ਹੋਊਗਾ। ਤੇ ਫਿਰ ਇੱਕ ਵਾਰ ਮਾਫ ਕਰਿਓ ਵੀ ਮੈਂ ਕਦੇ ਐਨਕ ਲਾ ਕੇ, ਕਦੇ ਭਾਵੇਂ ਸਾਰਾ ਦਿਨ ਲਾ ਕੇ ਰੱਖਾਂ ਨਾ, ਇੱਥੇ ਮੈਨੂੰ ਆਈ ਫਲੂ ਹੋ ਰਿਹਾਗਾ, ਤਾਂ ਕਰਕੇ ਬਰੋ। ਪਰ ਤੁਹਾਡੇ ਲਈ ਮੈਂ ਵੀਡੀਓ ਸਪੈਸ਼ਲ ਬਣਾਉਣ ਆਇਆ। ਕੋਈ ਵੀ ਗਲਤੀ ਹੋਈ ਹੋਵੇ ਆਪਦਾ ਭਰਾ ਸਮਝ ਕੇ ਮਾਫ ਕਰਿਓ, ਪਰ ਹਮੇਸ਼ਾ ਤੁਹਾਡੇ ਲਈ ਚੰਗੀਆਂ ਜਿਹੜੀਆਂ ਵਾਈਬਸ ਲੈ ਕੇ ਆਉਂਦਾ ਰਹੂੰਗਾ। ਤੇ ਪੰਜਾਬੀਆਂ ਦੇ ਲਈ ਅੱਜ ਬਹੁਤ ਜ਼ਿਆਦਾ ਇੰਪੋਰਟੈਂਟ ਡੇ ਹੈ। ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਹੈ, ਤੇ ਉਸ ਯੋਧੇ ਨੂੰ ਸਾਡੇ ਵੱਲੋਂ, ਮੇਰੀ ਸਾਰੀ ਟੀਮ ਵੱਲੋਂ ਕੋਟਿਨ ਪ੍ਰਣਾਮ ਹੈ। ਤੇ ਪ੍ਰਮਾਤਮਾ ਹਮੇਸ਼ਾ ਸਾਡੇ ਇੰਡੀਆ ਨੂੰ, ਸਾਡੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਹਮੇਸ਼ਾ ਚਮਕਾ ਕੇ ਰੱਖੀ, ਤੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਤੋਂ ਸਾਰਿਆਂ ਨੂੰ ਬਚਾ ਕੇ ਰੱਖੀ, ਤੇ ਸਾਰੇ ਸਾਡੇ ਭੈਣ ਭਰਾ ਤਰੱਕੀ ਦੀ ਰਾਹ ਤੇ ਜਾਣ। ਥੈਂਕ ਯੂ ਵੈਰੀ ਮਚ। ਕੋਈ ਗਲਤੀ ਹੋਈ ਹੋਵੇ ਮਾਫ ਕਰਿਓ, ਪਰ ਆਪਣੇ ਬੱਚਿਆਂ ਨੂੰ ਜ਼ਰੂਰ ਅੱਜ ਘਰੇ
ਸ਼ਹੀਦ ਊਧਮ ਸਿੰਘ ਬਾਰੇ ਜ਼ਰੂਰ ਦੱਸਿਓ ਵੀ ਕੌਣ ਸੀਗਾ ਉਹ ਯੋਧਾ, ਉਹਦੀ ਕੀ ਦੇਣ ਹੈ ਸਾਡੀ ਇੰਡੀਆ ਨੂੰ। ਥੈਂਕ ਯੂ ਵੈਰੀ ਮਚ।